ਇਹ ਵੱਖਰਾ ਇਸ਼ੂ ਆ ਕਿ ਵਿਰੋਧੀ ਧਿਰ ਨਾ ਬੈਠਣਾ ਚਾਹੁੰਦੀ ਆ, ਨਾ ਕੋਈ ਦਲੀਲ ਨਾਲ ਗੱਲ ਕਰਨਾ ਚਾਹੁੰਦੀ ਆ, ਨਾ ਕੁਝ ਸੁਣਨਾ ਚਾਹੁੰਦੀ ਆ, ਕਿਉਂਕਿ ਜਿਹੜੀ ਵੀ ਗੱਲ ਕਰਨਗੇ ਉਹਨਾਂ ਨੂੰ ਆਪਣਾ ਪਿਛੋਕੜ ਉਹਨਾਂ ਦੇ ਸਾਹਮਣੇ ਆਉਣਾ ਔਰ ਜਿਹੜਾ ਉਹਨਾਂ ਦੇ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ। ਜਿਹੜੇ ਬਿੱਲ ਪੇਸ਼ ਕੀਤੇ ਗਏ ਅੱਜ ਖਾਸ ਕਰਕੇ ਉਹਨੂੰ ਵੀ ਦੋ ਕੁ ਬਿੱਲ ਤਾਂ ਇਹੋ ਜਿਹੇ ਸੀਗੇ ਜਿਨ੍ਹਾਂ ਦੇ ਨਾਲ ਸਹਿਮਤੀ ਤੁਹਾਡੇ ਵਿਰੋਧੀਆਂ ਨੇ ਵੀ ਜਤਾਈ ਹੈ ਕਾਂਗਰਸ ਪਾਰਟੀ ਨੂੰ ਛੱਡ ਕੇ, ਕਿਉਂਕਿ ਉਹ ਵਾਕਆਊਟ ਕਰ ਗਏ ਸੀ, ਬਾਈਕਾਟ ਕਰ ਗਏ ਸੀਗੇ। ਪਰ ਜੇ ਖਾਸ ਕਰਕੇ ਗੁਰਦੁਆਰਾ ਐਕਟ ਦੀ ਗੱਲ ਕੀਤੀ ਜਾਏ ਉਹਨੂੰ ਲੈ ਕੇ ਦੋਨੋਂ ਪਾਰਟੀਆਂ, ਤਿੰਨੋਂ ਹੀ ਪਾਰਟੀਆਂ ਹੋ ਗਈਆਂ, ਕਿਉਂਕਿ ਇੱਕ ਤਾਂ ਵਾਕਆਊਟ ਕਰਕੇ ਦੋ ਜਿਹੜੇ ਬੈਠੇ ਸੀ ਉਹਨਾਂ ਨੇ ਵੀ ਸਹਿਮਤੀ ਨਹੀਂ ਜਤਾਈ। ਸਾਨੂੰ ਪਤਾ ਕਿ ਭਾਈਵਾਲ ਪਾਰਟੀ ਆ ਇੱਕ, ਦੂਸਰੀ ਉਹ ਖੁਦ ਦੀ ਪਾਰਟੀ ਆ ਜਿਨ੍ਹਾਂ ਦਾ ਚੈਨਲ ਚੱਲਦਾ, ਜਿਨ੍ਹਾਂ ਨੇ ਗੁਰਬਾਣੀ ਦੇ ਸਾਰੇ ਪਸਾਰ ਦੇ ਉੱਤੇ ਕਬਜ਼ਾ ਕਰ ਰੱਖਿਆ, ਜਿਨ੍ਹਾਂ ਨੇ SGPC ਤੇ ਕਬਜ਼ਾ ਕਰ ਰੱਖਿਆ, ਜਿਹੜੇ ਮੋਨੋਪੋਲੀ ਸਮਝਦੇ ਆ, ਜਿਹੜੇ ਅਧਿਕਾਰ ਸਮਝਦੇ ਆ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਉੱਥੇ ਅਧਿਕਾਰ ਆ। ਉਹਨਾਂ ਨੇ ਇਹ ਉੱਥੇ ਬੋਲਿਆ ਅੰਦਰ ਵਿਧਾਨ ਸਭਾ ਦੇ ਕਿ ਉਹ ਇਹ ਵੀ ਚਾਹੁੰਦੇ ਆ ਕਿ ਇੱਕ ਚੈਨਲ ਦਾ ਜਾਂ ਇੱਕ ਪਰਿਵਾਰ ਦਾ ਗੁਰਬਾਣੀ ਦੇ ਉੱਤੇ ਅਖਤਿਆਰ ਨਾ ਰਹੇ। ਇਹ ਗੱਲ ਵੀ ਉਹਨਾਂ ਨੇ ਕਹੀ ਆ ਔਰ ਉਹਨਾਂ ਦਾ ਇਹਦੇ ਵਿੱਚ ਇਤਰਾਜ਼ ਜਿਹੜਾ ਲਾਉਣਾ ਉਹ ਸਿਰਫ ਇੱਕ ਕਹਿ ਲਓ ਕਿ ਇੱਕ ਫਾਰਮੈਲਿਟੀ ਸੀ ਕਿ ਪਾਰਟੀ ਦੇ ਖਿਲਾਫ ਨਹੀਂ ਜਾ ਸਕਦੇ। ਅਦਰਵਾਈਜ਼ ਸਾਨੂੰ ਤਾਂ ਇਹੀ ਦਿਖਿਆ ਕਿ ਉਹ ਵੀ ਇਸ ਜਿਹੜਾ ਬਿੱਲ ਹੈ ਉਹਦੇ ਨਾਲ ਸਹਿਮਤ ਸੀ। इजलास और राजनीति और खास करके ਜਿਹੜਾ ਸਾਰਾ ਦਾ ਸਾਰਾ ਤਾਣਾ ਬਾਣਾ ਹੈ, ਨਵੇਂ ਸਾਰੇ ਜਿਹੜੇ ਆਏ ਨੇ, ਕਿਵੇਂ ਦਾ ਲੱਗ ਰਿਹਾ ਹੈ? ਸਾਰੇ ਤੌਰ ਤਰੀਕੇ ਔਰ ਸਮਝ ਵੀ ਆ ਗਈ ਆ ਕਿ ਕੰਮ ਕਿਵੇਂ ਚੱਲਦਾ ਅੰਦਰ, ਕਿਵੇਂ ਅਸੀਂ ਸਵਾਲ ਲਾਉਣੇ ਆ, ਕਿਵੇਂ ਅਸੀਂ ਸਵਾਲ ਪੁੱਛਣੇ ਆ ਔਰ ਕਿਵੇਂ ਵਿਰੋਧੀ ਧਿਰ ਦੇਖ ਰਹੇ ਆ ਕਿ ਵੀ ਉਹਨਾਂ ਨੂੰ ਵਰਤਾਓ ਕਿਹੋ ਜਿਹਾ ਕਰਨਾ ਚਾਹੀਦਾ, ਸਾਨੂੰ ਕਿਹੋ ਜਿਹਾ ਕਰਨਾ ਚਾਹੀਦਾ। ਬੜਾ ਕੁਝ ਸਿੱਖ ਲਿਆ। ਆਮ ਆਦਮੀ ਪਾਰਟੀ ਵਾਲੀ ਵਿਰੋਧੀ ਧਿਰ ਬਾਰ-ਬਾਰ ਕਹਿ ਰਹੀ ਹੈ ਵੀ ਸਾਨੂੰ ਟਾਈਮ ਤੇ ਸ਼ੈਡਿਊਲ ਹੀ ਨਹੀਂ ਮਿਲਿਆ, ਜਿਹੜੀ ਲਿਸਟ ਹੈਗੀ ਹੈ ਬਿਜ਼ਨਸ ਲਿਸਟ ਹੈਗੀ ਹੈ ਉਹੀ ਨਹੀਂ ਮਿਲੀ, ਕੰਮਕਾਜ ਕੀ ਹੋਣਾ ਹੈ, ਤੇ ਅੱਜ 10:30 ਵਜੇ ਦੇ ਕਰੀਬ ਮਿਲੀ ਹੈ ਤੇ ਉਹਦੇ ਬਾਅਦ ਸਾਡੇ ਲਈ ਕੰਮਕਾਜ ਸਵਾਲ ਲਾਉਣੇ ਜਾਂ ਉਹਦੇ ਤੇ ਸਟੱਡੀ ਕਰਕੇ ਪ੍ਰਪੇਅਰ ਹੋ ਕੇ ਆਣਾ ਉਹ ਇੱਕ ਮੁੱਦਾ ਰਹਿੰਦਾ। ਆਮ ਆਦਮੀ ਪਾਰਟੀ ਜਿਹੜੀ ਹੈ ਵਿਰੋਧੀ ਧਿਰ ਨੂੰ ਬਿਲਕੁਲ ਹੀ ਪਿੱਛੇ ਧਕੇਲ ਰਹੀ ਹੈ। ਬਿਲਕੁਲ ਗਲਤ ਹੈ ਗੱਲ। ਇਹ ਸਪੈਸ਼ਲ ਸੈਸ਼ਨ ਜਿਹੜਾ ਹੈ ਇਹਨੂੰ ਇਹ ਐਮਰਜੈਂਸੀ ਦੇ ਵਿੱਚ ਹੀ ਲੱਗਦਾ ਹੈ, ਇਹਦੇ ਵਿੱਚ ਕੋਈ ਬਹੁਤਾ ਸਮਾਂ ਨਹੀਂ ਹੁੰਦਾ ਔਰ ਇਹ ਗੱਲ ਬਿਲਕੁਲ ਗਲਤ ਹੈ ਕਿ ਉਹਨਾਂ ਨੂੰ ਅੱਜ 10:30 ਵਜੇ ਸਵਾਲ ਮਿਲੇ ਨੇ। ਕੱਲ ਟੇਬਲ ਦੇ ਉੱਤੇ ਹਰ ਇੱਕ ਪੇਪਰ ਆ ਚੁੱਕਿਆ ਸੀ। ਸਾਡੇ 10 ਵਜੇ ਪਹੁੰਚਣ ਤੋਂ ਪਹਿਲਾਂ ਹਰ ਇੱਕ ਜਿਹੜਾ ਪੇਪਰ ਹੈ ਉਹ ਟੇਬਲ ਤੇ ਪਿਆ ਸੀ। ਨਾਨਾਕਰ ਦੇ ਦੁਆਬੇ ਦੇ ਸ਼ਹਿਰ ਤੋਂ ਨਕੋਦਰ ਤੋਂ ਆ ਕੇ ਜਦੋਂ ਇੱਕ ਮਹਿਲਾ ਇੱਥੇ ਵਿਧਾਇਕ ਦੇ ਤੌਰ ਤੇ ਬੈਠਦੀ ਹੈ ਤੇ ਕਿਵੇਂ ਦਾ ਲੱਗ ਰਿਹਾ? ਉਲਟਾ ਜਿਹੜੀਆਂ ਤਕਲੀਫਾਂ ਮੈਨੂੰ ਹੋਈਆਂ, ਜਿਹੜੇ ਪਰਚੇ ਮੇਰੇ ਤੇ ਹੋਏ, ਜੇ ਮੈਂ ਜੇਲ੍ਹ ਦੇਖੀ, ਮੈਨੂੰ ਐਂ ਲੱਗਦਾ ਸੀ ਕਿ ਮੈਂ ਬਹੁਤ ਮਜ਼ਬੂਤ ਆ, ਮੈਂ ਉਹਨਾਂ ਦੇ ਬਰਾਬਰ ਦੀ ਆ, ਇਸ ਕਰਕੇ ਮੇਰੇ ਨਾਲ ਇਹ ਹੋਇਆ ਨਾ। ਮੈਂ ਕਦੀ ਆਪਣੇ ਦੇ ਵਿੱਚ ਇਹ ਕੰਪਲੈਕਸ ਲੈ ਕੇ ਹੀ ਨਹੀਂ ਆਂਦਾ ਕਿ ਮੈਂ ਐਜ਼ ਏ ਲੇਡੀ ਜਿਹੜੀ ਆ ਉਹ ਰਾਜਨੀਤੀ ਵਿੱਚ ਹੈਗੀ ਆ। ਇਹਦਾ ਕਰਕੇ ਮੈਨੂੰ ਨਹੀਂ ਇਹ ਚੀਜ਼ਾਂ ਮਹਿਸੂਸ ਹੁੰਦੀਆਂ। ਮੈਂ ਸਾਰੀਆਂ ਹੰਡਾਲੀਆਂ ਹੋਈਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਨਕੋਦਰ ਦੇ MLA ਇੰਦਰਜੀਤ ਕੌਰ ਸਾਡੇ ਨਾਲ ਨੇ। 2 ਦਿਨ ਦਾ ਇਜਲਾਸ ਜਿਹੜਾ ਉਹ ਅੱਜ ਜਿਹੜਾ ਉਹ ਖਤਮ ਹੋ ਗਿਆ, ਪਰ ਗੱਲਬਾਤ ਕਰਾਂਗੇ ਕਿਉਂਕਿ ਔਰਤਾਂ ਕਾਫੀ ਸਾਰੀਆਂ ਆਈਆਂ ਨੇ। ਖਾਸ ਕਰਕੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ ਤਾਂ ਇੱਕ ਵੱਡੀ ਤਾਦਾਦ ਦੇਖਣ ਨੂੰ ਮਿਲਦੀ ਹੈ ਜਿਹੜੀਆਂ ਜਿੱਤ ਕੇ ਆਈਆਂ ਨੇ, ਤੇ ਗੱਲਬਾਤ ਕਰਾਂਗੇ। ਨਕੋਦਰ ਤੋਂ ਤੁਸੀਂ ਆ ਰਹੇ ਹੋ ਜੀ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ D5 ਚੈਨਲ ਦੀ ਹਾਂਜੀ ਨਕੋਦਰ ਤੋਂ। ਬਸ ਮੈਂ ਇਹੀ ਪੁੱਛਣਾ ਚਾਹੁੰਦੀ ਹਾਂ ਕਿ ਇਜਲਾਸ ਔਰ ਰਾਜਨੀਤੀ ਔਰ ਖਾਸ ਕਰਕੇ ਜਿਹੜਾ ਸਾਰਾ ਦਾ ਸਾਰਾ ਤਾਣਾ ਬਾਣਾ ਹੈ, ਨਵੇਂ ਸਾਰੇ ਜਿਹੜੇ ਆਏ ਨੇ, ਕਿਵੇਂ ਦਾ ਲੱਗ ਰਿਹਾ ਹੈ? ਕਿਉਂਕਿ ਹੁਣ ਤਾਂ ਕਾਫੀ ਇਜਲਾਸ ਹੋ ਚੁੱਕੇ ਨੇ ਤੇ ਗੱਲਾਂ ਜਿਹੜੀਆਂ ਕਦੇ ਉਲਝਦੀਆਂ ਤੰਦਾਂ ਲੱਗਦੀਆਂ, ਕਦੇ ਸੁਲਝਦੀਆਂ ਤੰਦਾਂ ਲੱਗਦੀਆਂ। ਅੱਛਾ ਲੱਗ ਰਿਹਾ, ਬਹੁਤ ਅੱਛਾ ਲੱਗ ਰਿਹਾ ਔਰ ਨਵਿਆਂ ਵਾਲੀ ਗੱਲ ਹੁਣ ਰਹੀ ਨਹੀਂ। ਅਸੀਂ ਕਿਉਂਕਿ ਤਕਰੀਬਨ 1.5 ਸਾਲ ਹੋ ਗਿਆ ਸਾਨੂੰ ਬਣਿਆ ਨੂੰ ਔਰ ਕਾਫੀ ਸਾਰੇ ਸੈਸ਼ਨ ਜਿਹੜੇ ਆ ਉਹ ਚੱਲ ਚੁੱਕੇ ਆ ਔਰ ਸਾਰੇ ਤੌਰ ਤਰੀਕੇ ਔਰ ਸਮਝ ਵੀ ਆ ਗਈ ਆ ਕਿ ਕੰਮ ਕਿਵੇਂ ਚੱਲਦਾ ਅੰਦਰ, ਕਿਵੇਂ ਅਸੀਂ ਸਵਾਲ ਲਾਉਣੇ ਆ, ਕਿਵੇਂ ਅਸੀਂ ਸਵਾਲ ਪੁੱਛਣੇ ਆ ਔਰ ਕਿਵੇਂ ਵਿਰੋਧੀ ਧਿਰ ਦੇਖ ਰਹੇ ਆ ਕਿ ਵੀ ਉਹਨਾਂ ਨੂੰ ਵਰਤਾਓ ਕਿਹੋ ਜਿਹਾ ਕਰਨਾ ਚਾਹੀਦਾ, ਸਾਨੂੰ ਕਿਹੋ ਜਿਹਾ ਕਰਨਾ ਚਾਹੀਦਾ। ਬੜਾ ਕੁਝ ਸਿੱਖ ਲਿਆ ਔਰ ਅੱਛਾ ਲੱਗ ਰਿਹਾ ਜੀ। ਤੁਸੀਂ ਕਹਿੰਦੇ ਹੋ ਕਿ ਸਵਾਲ ਕਿਵੇਂ ਲਾਣੇ ਆ, ਤੁਹਾਨੂੰ ਇਸ ਚੀਜ਼ ਦਾ ਬਿਲਕੁਲ ਇਲਮ ਹੋ ਗਿਆ ਹੁਣ ਕਿਉਂਕਿ 1.5 ਸਾਲ ਹੋ ਗਿਆ, ਪਰ ਆਮ ਆਦਮੀ ਪਾਰਟੀ ਵਾਲੀ ਵਿਰੋਧੀ ਧਿਰ ਬਾਰ-ਬਾਰ ਕਹਿ ਰਹੀ ਹੈ ਵੀ ਸਾਨੂੰ ਟਾਈਮ ਤੇ ਸ਼ੈਡਿਊਲ ਹੀ ਨਹੀਂ ਮਿਲਿਆ, ਜਿਹੜੀ ਲਿਸਟ ਹੈਗੀ ਹੈ ਬਿਜ਼ਨਸ ਲਿਸਟ ਹੈਗੀ ਹੈ ਉਹੀ ਨਹੀਂ ਮਿਲੀ, ਕੰਮਕਾਜ ਕੀ ਹੋਣਾ ਹੈ, ਤੇ ਅੱਜ 10:30 ਵਜੇ ਦੇ ਕਰੀਬ ਮਿਲੀ ਹੈ ਤੇ ਉਹਦੇ ਬਾਅਦ ਸਾਡੇ ਲਈ ਕੰਮਕਾਜ ਸਵਾਲ ਲਾਉਣੇ ਜਾਂ ਉਹਦੇ ਤੇ ਸਟੱਡੀ ਕਰਕੇ ਪ੍ਰਪੇਅਰ ਹੋ ਕੇ ਆਣਾ ਉਹ ਇੱਕ ਮੁੱਦਾ ਰਹਿੰਦਾ। ਆਮ ਆਦਮੀ ਪਾਰਟੀ ਜਿਹੜੀ ਹੈ ਵਿਰੋਧੀ ਧਿਰ ਨੂੰ ਬਿਲਕੁਲ ਹੀ ਪਿੱਛੇ ਧਕੇਲ ਰਹੀ ਹੈ।
ਬਿਲਕੁਲ ਗਲਤ ਇਹ ਗੱਲ ਹੈ। ਸਪੈਸ਼ਲ ਸੈਸ਼ਨ ਜਿਹੜਾ ਹੈ ਇਹ ਐਮਰਜੈਂਸੀ ਦੇ ਵਿੱਚ ਹੀ ਲੱਗਦਾ ਹੈ, ਇਹਦੇ ਵਿੱਚ ਕੋਈ ਬਹੁਤਾ ਸਮਾਂ ਨਹੀਂ ਹੁੰਦਾ। ਔਰ ਇਹ ਗੱਲ ਬਿਲਕੁਲ ਗਲਤ ਹੈ ਕਿ ਉਹਨਾਂ ਨੂੰ ਅੱਜ 10:30 ਵਜੇ ਸਵਾਲ ਮਿਲੇ ਨੇ। ਕੱਲ ਟੇਬਲ ਦੇ ਉੱਤੇ ਹਰ ਇੱਕ ਪੇਪਰ ਆ ਚੁੱਕਿਆ ਸੀ। ਸਾਡੇ 10 ਵਜੇ ਪਹੁੰਚਣ ਤੋਂ ਪਹਿਲਾਂ ਹਰ ਇੱਕ ਜਿਹੜਾ ਪੇਪਰ ਹੈ ਉਹ ਟੇਬਲ ਤੇ ਪਿਆ ਸੀ। ਇਹ ਵੱਖਰਾ ਇਸ਼ੂ ਆ ਕਿ ਵਿਰੋਧੀ ਧਿਰ ਨਾ ਬੈਠਣਾ ਚਾਹੁੰਦੀ ਆ, ਨਾ ਕੋਈ ਦਲੀਲ ਨਾਲ ਗੱਲ ਕਰਨਾ ਚਾਹੁੰਦੀ ਆ, ਨਾ ਕੁਝ ਸੁਣਨਾ ਚਾਹੁੰਦੀ ਆ, ਕਿਉਂਕਿ ਜਿਹੜੀ ਵੀ ਗੱਲ ਕਰਨਗੇ ਉਹਨਾਂ ਨੂੰ ਆਪਣਾ ਪਿਛੋਕੜ ਉਹਨਾਂ ਦੇ ਸਾਹਮਣੇ ਆਉਣਾ ਔਰ ਜਿਹੜਾ ਉਹਨਾਂ ਦੇ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ। ਜਿਹੜੇ ਬਿੱਲ ਪੇਸ਼ ਕੀਤੇ ਗਏ ਅੱਜ ਖਾਸ ਕਰਕੇ ਉਹਨੂੰ ਵੀ ਦੋ ਕੁ ਬਿੱਲ ਤਾਂ ਇਹੋ ਜਿਹੇ ਸੀਗੇ ਜਿਨ੍ਹਾਂ ਦੇ ਨਾਲ ਸਹਿਮਤੀ ਤੁਹਾਡੇ ਵਿਰੋਧੀਆਂ ਨੇ ਵੀ ਜਤਾਈ ਹੈ ਕਾਂਗਰਸ ਪਾਰਟੀ ਨੂੰ ਛੱਡ ਕੇ, ਕਿਉਂਕਿ ਉਹ ਵਾਕਆਊਟ ਕਰ ਗਏ ਸੀ, ਬਾਈਕਾਟ ਕਰ ਗਏ ਸੀਗੇ। ਪਰ ਜੇ ਖਾਸ ਕਰਕੇ ਗੁਰਦੁਆਰਾ ਐਕਟ ਦੀ ਗੱਲ ਕੀਤੀ ਜਾਏ ਉਹਨੂੰ ਲੈ ਕੇ ਦੋਨੋਂ ਪਾਰਟੀਆਂ ਤਿੰਨੋਂ ਹੀ ਪਾਰਟੀਆਂ ਹੋ ਗਈਆਂ, ਕਿਉਂਕਿ ਇੱਕ ਤਾਂ ਵਾਕਆਊਟ ਕਰ ਗਏ, ਦੋ ਜਿਹੜੇ ਬੈਠੇ ਸੀ ਉਹਨਾਂ ਨੇ ਵੀ ਸਹਿਮਤੀ ਨਹੀਂ ਜਤਾਈ। ਬਿਲਕੁਲ ਤੁਹਾਨੂੰ ਪਤਾ ਕਿ ਭਾਈਵਾਲ ਪਾਰਟੀ ਆ ਇੱਕ, ਦੂਸਰੀ ਉਹ ਖੁਦ ਦੀ ਪਾਰਟੀ ਆ ਜਿਨ੍ਹਾਂ ਦਾ ਚੈਨਲ ਚੱਲਦਾ, ਜਿਨ੍ਹਾਂ ਨੇ ਗੁਰਬਾਣੀ ਦੇ ਸਾਰੇ ਪਸਾਰ ਦੇ ਉੱਤੇ ਕਬਜ਼ਾ ਕਰ ਰੱਖਿਆ, ਜਿਨ੍ਹਾਂ ਨੇ SGPC ਤੇ ਕਬਜ਼ਾ ਕਰ ਰੱਖਿਆ, ਜਿਹੜੇ ਮੋਨੋਪੋਲੀ ਸਮਝਦੇ ਆ, ਜਿਹੜੇ ਅਧਿਕਾਰ ਸਮਝਦੇ ਆ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਉੱਥੇ ਅਧਿਕਾਰ ਆ, ਉਹ ਇਹਦੇ ਨਾਲ ਸਹਿਮਤੀ ਕਿਉਂ ਦੇਣਗੇ। ਪਰ ਉਹ ਇਹ ਵੀ ਚਾਹੁੰਦੇ ਆ, ਉਹਨਾਂ ਨੇ ਇਹ ਉੱਥੇ ਬੋਲਿਆ ਅੰਦਰ ਵਿਧਾਨ ਸਭਾ ਦੇ ਕਿ ਉਹ ਇਹ ਵੀ ਚਾਹੁੰਦੇ ਆ ਕਿ ਇੱਕ ਚੈਨਲ ਦਾ ਜਾਂ ਇੱਕ ਪਰਿਵਾਰ ਦਾ ਗੁਰਬਾਣੀ ਦੇ ਉੱਤੇ ਅਖਤਿਆਰ ਨਾ ਰਹੇ। ਇਹ ਗੱਲ ਵੀ ਉਹਨਾਂ ਨੇ ਕਹੀ ਆ। ਔਰ ਉਹਨਾਂ ਦਾ ਇਹਦੇ ਵਿੱਚ ਇਤਰਾਜ਼ ਜਿਹੜਾ ਲਾਉਣਾ ਉਹ ਸਿਰਫ ਇੱਕ ਕਹਿ ਲਓ ਕਿ ਇੱਕ ਫਾਰਮੈਲਿਟੀ ਸੀ ਕਿ ਪਾਰਟੀ ਦੇ ਖਿਲਾਫ ਨਹੀਂ ਜਾ ਸਕਦੇ। ਅਦਰਵਾਈਜ਼ ਸਾਨੂੰ ਤਾਂ ਇਹੀ ਦਿਖਿਆ ਕਿ ਉਹ ਵੀ ਇਸ ਜਿਹੜਾ ਬਿੱਲ ਹੈ ਉਹਦੇ ਨਾਲ ਸਹਿਮਤ ਸੀ ਕਿ ਹਰ ਇੱਕ ਚੈਨਲ ਨੂੰ ਅਧਿਕਾਰ ਹੋਣਾ ਚਾਹੀਦਾ ਔਰ ਹਰ ਇੱਕ ਇਨਸਾਨ ਨੂੰ ਅਧਿਕਾਰ ਹੋਣਾ ਚਾਹੀਦਾ। ਗੁਰਬਾਣੀ, ਪਵਿੱਤਰ ਗੁਰਬਾਣੀ ਜਿਹੜੀ ਆ ਉਹ ਮੁੱਲ ਨਾ ਵਿਕੇ ਔਰ ਉਹ ਹਰ ਇੱਕ ਇਨਸਾਨ ਤੱਕ ਪਹੁੰਚੇ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਪਸਾਰ ਹੋਣਾ ਬਹੁਤ ਜ਼ਰੂਰੀ ਹੈ। ਨਕੋਦਰ ਮਾਲਵੇ ਦਾ ਜਿਹੜਾ ਹੈਗਾ ਇੱਕ ਸ਼ਹਿਰ ਹੈਗਾ ਔਰ ਬੜਾ ਡਿਫਰੈਂਟ ਦਾ ਸੌਰੀ ਆਈ ਮੀਨ ਟੂ ਸੇ ਦੁਆਬੇ ਦਾ ਇੱਕ ਸ਼ਹਿਰ ਹੈਗਾ ਔਰ ਇੱਕ ਬੜਾ ਡਿਫਰੈਂਟ ਜਿਹਾ ਉਧਰ ਦਾ ਜਿਹੜਾ ਸੀਨ ਐਂਡ ਸਾਈਡ ਦਿਖਾਈ ਦਿੰਦਾ। ਖਾਸ ਕਰਕੇ ਦੁਆਬੇ 'ਚੋਂ ਲੋਕ ਜਿਹੜੇ ਨੇ ਉਹ ਬਾਹਰ ਗਏ ਹੋਏ ਨੇ ਬਹੁਤ ਸਾਰੇ, ਤੇ ਉੱਥੇ ਤੁਹਾਨੂੰ ਘਰ ਦੇ ਉੱਤੇ ਟੈਂਕੀਆਂ ਦੇ ਰੂਪ ਦੇ ਵਿੱਚ ਜਹਾਜ਼ ਦਿਖਦੇ ਹੈ, ਫੁੱਟਬਾਲਾਂ ਦਿਖਦੀਆਂ, ਡਿਫਰੈਂਟ ਟਾਈਪ ਦੀ ਜਿਹੜੀਆਂ ਚੀਜ਼ਾਂ ਦਿਖਦੀਆਂ। ਤੇ ਨਾਨਾ ਕਰਦੇ ਦੁਆਬੇ ਦੇ ਸ਼ਹਿਰ ਤੋਂ ਨਕੋਦਰ ਤੋਂ ਆ ਕੇ ਜਦੋਂ ਇੱਕ ਮਹਿਲਾ ਇੱਥੇ ਵਿਧਾਇਕ ਦੇ ਤੌਰ ਤੇ ਬੈਠਦੀ ਹੈ ਤੇ ਕਿਵੇਂ ਦਾ ਲੱਗ ਰਿਹਾ? ਮਹਿਲਾਵਾਂ ਦਾ ਕਿਉਂਕਿ ਇਸ ਵਾਰ ਜਿਹੜਾ ਨੰਬਰ ਵੀ ਵਧਿਆ ਤੁਹਾਡਾ ਇੱਥੇ ਆ ਕੇ, ਤੇ ਪਹਿਲੇ ਔਰਤਾਂ ਬਹੁਤ ਘੱਟ ਆਉਂਦੇ ਸੀ। ਰਾਜਨੀਤੀ ਇੱਕ ਬੜਾ ਪੇਚੀਦਾ ਜਿਹਾ ਤਰੀਕੇ ਦਾ ਇੱਕ ਸਬਜੈਕਟ ਵੀ ਹੈਗਾ, ਇੱਕ ਫੀਲਡ ਵੀ ਹੈਗਾ। ਮੈਨੂੰ ਬਿਲਕੁਲ ਡਿਫਰੈਂਟ ਨਹੀਂ ਲੱਗਿਆ, ਕਿਉਂਕਿ ਮੈਂ ਕਦੀ ਮਹਿਸੂਸ ਹੀ ਨਹੀਂ ਕੀਤਾ ਕਿ ਮੈਨੂੰ ਕਦੀ ਰਾਜਨੀਤੀ ਦੇ ਵਿੱਚ ਆਇਆ ਮੈਂ ਕਦੀ ਜੈਂਡਰ ਨੂੰ ਨਹੀਂ ਦੇਖਿਆ, ਨਾ ਮੇਰੇ ਨਾਲ ਕਦੀ ਇਦਾਂ ਦਾ ਬਿਹੇਵ ਹੋਇਆ ਅੱਜ ਤੱਕ ਕਿ ਜੈਂਡਰ ਸਮਝ ਕੇ ਮੈਨੂੰ ਕੋਈ ਤਕਲੀਫ ਦਿੱਤੀ ਗਈ ਹੋਵੇ ਜਾਂ ਕੁਛ ਦਿੱਤਾ। ਕਿਉਂਕਿ ਉਲਟਾ ਜਿਹੜੀਆਂ ਤਕਲੀਫਾਂ ਮੈਨੂੰ ਹੋਈਆਂ, ਜਿਹੜੇ ਪਰਚੇ ਮੇਰੇ ਤੇ ਹੋਏ, ਜੇ ਮੈਂ ਜੇਲ੍ਹ ਦੇਖੀ, ਮੈਨੂੰ ਐਂ ਲੱਗਦਾ ਸੀ ਕਿ ਮੈਂ ਬਹੁਤ ਮਜ਼ਬੂਤ ਆ, ਮੈਂ ਉਹਨਾਂ ਦੇ ਬਰਾਬਰ ਦੀ ਆ, ਇਸ ਕਰਕੇ ਮੇਰੇ ਨਾਲ ਇਹ ਹੋਇਆ ਨਾ। ਮੈਂ ਕਦੀ ਆਪਣੇ ਦੇ ਵਿੱਚ ਇਹ ਕੰਪਲੈਕਸ ਲੈ ਕੇ ਹੀ ਨਹੀਂ ਆਂਦਾ ਕਿ ਮੈਂ ਐਜ਼ ਏ ਲੇਡੀ ਜਿਹੜੀ ਆ ਉਹ ਰਾਜਨੀਤੀ ਦੇ ਵਿੱਚ ਹੈਗੀ ਆ। ਇਹਦਾ ਕਰਕੇ ਮੈਨੂੰ ਨਹੀਂ ਇਹ ਚੀਜ਼ਾਂ ਮਹਿਸੂਸ ਹੁੰਦੀਆਂ, ਮੈਂ ਇਹ ਸਾਰੀਆਂ ਹੰਡਾਲੀਆਂ ਹੋਈਆਂ ਔਰ ਅੱਛਾ ਲੱਗਦਾ। ਔਰ ਮੈਂ ਇੱਕ ਗੱਲ ਹੋਰ ਮੈਨੂੰ ਬੜੀ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਦੁਆਬੇ ਨੂੰ ਜਿਹੜਾ ਨਾ ਉਹ ਪੰਜਾਬ ਦਾ ਸਭ ਤੋਂ ਵਧੀਆ ਏਰੀਆ, ਡਿਵੈਲਪਡ ਏਰੀਆ, ਐਡਵਾਂਸਡ ਏਰੀਆ ਮੰਨਿਆ ਜਾਂਦਾ, ਲੇਕਿਨ ਇਹਦੇ ਵਿੱਚ ਸਰਕਾਰਾਂ ਦਾ ਕੋਈ ਰੋਲ ਨਹੀਂ ਹੈ। ਪਿਛਲੀਆਂ ਸਰਕਾਰਾਂ ਨੇ ਦੁਆਬੇ ਨੂੰ ਬਿਲਕੁਲ ਇਗਨੋਰ ਕੀਤਾ ਹੋਇਆ ਸੀ। ਜਿਹੜੇ ਉੱਥੇ ਦੇ ਕੋਈ ਮਿਨਿਸਟਰ ਬਣਦੇ ਸੀ ਜਾਂ ਕੋਈ ਕੁਛ ਬਣਦੇ ਸੀ, ਉਹਨਾਂ ਨੇ ਵੀ ਦੁਆਬੇ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਦੁਆਬਾ ਅੱਜ ਜੇ ਡਿਵੈਲਪ ਆ ਜਾਂ ਐਡਵਾਂਸ ਆ ਤਾਂ ਸਿਰਫ ਤੇ ਸਿਰਫ NRIs ਦੀ ਵਜ੍ਹਾ ਦੇ ਨਾਲ ਸੀ। ਜੇ ਕੋਠੀਆਂ ਦਿਖਦੀਆਂ ਨੇ ਤਾਂ ਉਹ NRIs ਦੀਆਂ ਨੇ, ਜੇ ਪਿੰਡਾਂ ਦੀ ਡਿਵੈਲਪਮੈਂਟ ਦਿਖਦੀ ਸੀ ਤਾਂ ਉਹ NRIs ਆਪਣਾ ਪੈਸਾ ਇੱਥੇ ਆ ਕੇ ਲਾਉਂਦੇ ਸੀ, ਉਹਨਾਂ ਨੂੰ ਇੱਛਾ ਸੀ, ਉਹਨਾਂ ਦੀ ਚਾਹ ਸੀ। ਬਹੁਤ ਸਾਰੇ ਪਿੰਡ ਐਸੇ ਆ ਵਧੀਆ ਬਣੇ ਹੋਏ ਜਿੱਥੇ ਜਿਹੜੀ 50% ਦੀ ਗ੍ਰਾਂਟ ਜਿਹੜੀ ਸੀ ਮਿਲਦੀ, ਉਹਦੇ ਤਹਿਤ NRIs ਨੇ ਆਪਣਾ ਪੈਸਾ ਲਾਇਆ, ਕੁਝ ਸਰਕਾਰ ਤੋਂ ਲਿਆ, ਕੁਝ ਪ੍ਰੋਜੈਕਟ ਉਹ ਫੇਲ ਵੀ ਹੁੰਦੇ ਰਹੇ, ਜਿਸ 'ਚ ਮੇਰਾ ਵੀ ਇੱਕ ਫੇਲ ਹੋਇਆ ਸੀ ਕਿ ਵੀ ਉਹ ਮੈਨੂੰ ਨਹੀਂ ਉਹਦੇ ਵਾਸਤੇ ਗ੍ਰਾਂਟ ਮਿਲੀ ਸੀ। ਕਿਹੜਾ ਪ੍ਰੋਜੈਕਟ ਸੀਗਾ ਤੁਹਾਡਾ? ਮੇਰਾ ਪਿੰਡ ਦਾ ਸੀਵਰ, ਸਾਰਾ ਪੂਰੇ ਇਨਫਰਾਸਟ੍ਰਕਚਰ ਦਾ ਸੀਵਰ ਵਿਦ ਜਿਹੜੀਆਂ ਇੰਟਰਲੌਕ ਟਾਇਲਸ ਤੇ ਨਾਲ ਸਟਰੀਟ ਲਾਈਟਾਂ ਦਾ ਸੀ ਮੇਰੇ ਆਪਣੇ ਪਿੰਡ ਦਾ, ਜਿਹੜਾ ਨਹੀਂ ਸਿਰੇ ਚੜ ਸਕਿਆ। ਜਾਂ ਕੀ ਮਨਸੂਬੇ ਹੁੰਦੇ ਸਰਕਾਰਾਂ ਦੇ ਸਾਨੂੰ ਪਤਾ, ਕਿਉਂਕਿ ਆਪਣੇ ਜਿਹੜੇ ਤੁਹਾਡਾ ਨੁਕਸਾਨ ਕਰ ਸਕਦੇ ਆ, ਦੂਸਰਾ ਨਹੀਂ ਕਰ ਸਕਦਾ। ਇੱਕ ਤਾਂ ਇਹ ਗੱਲ ਮੈਂ ਜ਼ਿੰਦਗੀ ਦੇ ਵਿੱਚ ਸਮਝੀ ਆ ਕਿ ਜੇ ਤੁਹਾਨੂੰ ਦਬਾ ਸਕਦਾ ਜਾਂ ਤੁਹਾਨੂੰ ਨੁਕਸਾਨ ਕਰ ਸਕਦਾ ਜਾਂ ਤੁਹਾਡੇ ਖਿਲਾਫ ਚੱਲ ਸਕਦਾ, ਉਹ ਤੁਹਾਡੇ ਆਪਣੇ ਹੋਣਗੇ। ਜੇ ਤੁਸੀਂ ਮਜ਼ਬੂਤ ਆ, ਦੂਸਰੇ 'ਚ ਇੰਨੀ ਹਿੰਮਤ ਨਹੀਂ ਹੈ। ਇਹ ਮੇਰੀ ਲਾਈਫ ਦਾ ਤਜਰਬਾ ਕਿ ਮੇਰੇ ਨਾਲ ਇਹ ਹਮੇਸ਼ਾ ਹੁੰਦੀ ਰਹੀ ਆ। ਔਰ ਜਿੰਨੀ ਵੀ ਡਿਵੈਲਪਮੈਂਟ ਹੁੰਦੀ ਰਹੀ ਆ, ਉਹ ਸਾਰੀ ਜਿਹੜੀ ਆ ਉਹ ਸਾਡੀ NRIs ਕਰਦੇ ਰਹੇ ਆ। ਸਰਕਾਰਾਂ ਦਾ ਉਹਦੇ 'ਚ ਕੋਈ ਹੱਥ ਨਹੀਂ। ਲੇਕਿਨ ਸਰਦਾਰ ਭਗਵੰਤ ਸਿੰਘ ਜੀ ਮਾਨ, ਸਾਡੇ ਮਾਨਯੋਗ CM ਸਾਹਿਬ, ਜਦੋਂ ਇਲੈਕਸ਼ਨ ਦੇ ਵਿੱਚ ਗਏ ਆ
ਉਹਨਾਂ ਨੇ ਜਿੰਨਾ ਏਰੀਏ ਹਲਕਾ ਸਾਰਾ ਪਿੰਡ ਦੇਖਿਆ। ਔਰ ਉਸ ਤੋਂ ਪਹਿਲਾਂ ਡਾਕਟਰ ਗੁਰਪ੍ਰੀਤ ਕੌਰ ਸਾਡੇ ਹਲਕੇ ਦੇ ਵਿੱਚ ਗਏ, ਮੇਰੇ ਘਰ ਵੀ ਗਏ ਆ। ਜਦੋਂ ਉਹਨਾਂ ਨੇ ਸੜਕਾਂ ਦੇਖੀਆਂ, ਛੋਟੀਆਂ ਸੜਕਾਂ, ਜਦੋਂ ਉਹਨਾਂ ਨੇ ਪਿੰਡਾਂ ਦੀਆਂ ਸੜਕਾਂ ਦੇਖੀਆਂ, ਹੈਰਾਨ ਹੋ ਗਿਆ ਕਿ ਅਸੀਂ ਦੁਆਬੇ ਨੂੰ ਕੀ ਸਮਝਦੇ ਹਾਂ ਤੇ ਇੱਥੇ ਕੀ ਆ। ਔਰ ਸਰਦਾਰ ਭਗਤ ਸਿੰਘ ਜੀ ਮਾਨਯੋਗ ਸੀਐਮ ਸਾਹਿਬ ਨੇ ਪੂਰੀ ਕਨਸੈਂਟਰੇਸ਼ਨ ਜਿਹੜੀ ਉਹ ਜਲੰਧਰ ਦੇ ਉੱਤੇ ਕਰ ਦਿੱਤੀ ਹੋਈ ਆ। ਸਾਨੂੰ ਵੀ ਖੁੱਲੇ ਪੈਸੇ ਦਿੱਤੇ ਗਏ ਆ। ਕੱਲ 30 ਕਰੋੜ ਰੁਪਏ ਦਾ ਜਲੰਧਰ ਸ਼ਹਿਰ ਦੀ ਡਿਵੈਲਪਮੈਂਟ ਦੇ ਵਾਸਤੇ ਪੈਸੇ ਦੇ ਕੇ ਆਏ ਆ। ਔਰ ਆਸੇ-ਪਾਸੇ ਜਿੰਨੇ ਅਧੂਰੇ ਪਏ ਕੰਮ ਸੀ 95 ਕਰੋੜ ਰੁਪਈਆ ਪਿਛਲੇ ਇਲੈਕਸ਼ਨ ਤੋਂ ਬਾਅਦ 15 ਕੁ ਦਿਨ ਪਹਿਲਾਂ ਉੱਥੇ ਜਿਹੜੇ 2 ਮੇਨ ਸੜਕਾਂ ਵਾਸਤੇ ਦੇ ਕੇ ਆਇਆ। ਹੁਣ ਮੈਨੂੰ ਲੱਗਦਾ ਕਿ ਅਸੀਂ ਜਿਹੜਾ ਯਾਰ ਅਸੀਂ ਮਾਲਵੇ ਵੱਲ ਦੇਖ ਕੇ ਅਸੀਂ ਸੋਚਦੇ ਹੁੰਦੇ ਸੀ ਕਿ ਕਦੀ ਸਾਡੀਆਂ ਵੀ ਇਦਾਂ ਦੀਆਂ ਸੜਕਾਂ ਹੋਣਗੀਆਂ, ਕਦੀ ਸਾਡੇ ਵੀ ਖੁੱਲੀਆਂ ਚੌੜੀਆਂ ਸੜਕਾਂ ਹੋਣਗੀਆਂ। ਹੁਣ ਉਹ ਸੁਪਨਾ ਪੂਰਾ ਹੁੰਦਾ ਨਜ਼ਰ ਆਉਂਦਾ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਆਪਣਾ ਜਿਹੜੀ ਆ ਆਖਿਆ ਉਹ ਦੁਆਬੇ ਦੇ ਉੱਤੇ ਰੱਖ ਦਿੱਤੀ ਆ ਕਿ ਇਹਨੂੰ ਵੀ ਜਿਹੜਾ ਬਹੁਤ ਵਧੀਆ ਤਰੀਕੇ ਦਾ ਬਣਾਉਣਾ ਚਾਹੀਦਾ। ਨਕੋਦਰ ਦੇ ਵਿੱਚ ਪਹਿਲੇ ਕਿਹੜੇ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਪੈਂਡਿੰਗ ਨੇ? ਜੇ ਪਹਿਲੀਆਂ ਸਰਕਾਰਾਂ ਨੇ ਤੁਸੀਂ ਦੇਖਿਆ ਹੋਵੇ, ਜੋ ਤੁਸੀਂ ਬਣੇ ਐਮਐਲਏ ਬਣੇ ਉੱਥੇ, ਤੇ ਲੋਕ ਤੁਹਾਡੇ ਕੋਲ ਬਹੁਤ ਸਾਰੀਆਂ ਜਦੋਂ ਐਮਐਲਏ ਦੇ ਪ੍ਰੋਸੈਸ 'ਚ ਵੀ ਹੁੰਦਾ ਹੈ ਜਾਂ ਉਹਦੇ ਬਾਅਦ ਬਣਨ ਦੇ ਬਾਅਦ ਜਿੱਤਣ ਦੇ ਬਾਅਦ ਲੋਕ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਲੈ ਕੇ ਆਉਂਦੇ ਆ, ਬਹੁਤ ਸਾਰੇ ਉੱਥੇ ਦੇ ਮੁੱਦੇ ਵੀ ਹੁੰਦੇ ਆ। ਉਹ ਸਾਰਿਆਂ ਦੇ ਵਿੱਚ ਕਿਹੜੇ ਚੀਜ਼ਾਂ ਸੀਗੀਆਂ ਜਿਹਨੂੰ ਲੈ ਕੇ ਤੁਹਾਨੂੰ ਲੱਗਿਆ ਕਿ ਮੈਨੂੰ ਹਜੇ ਬਹੁਤ ਕੰਮ ਕਰਨ ਦੀ ਲੋੜ ਹੈਗੀ ਹੈ? ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਮੈਨੂੰ ਬਹੁਤ ਕੰਮ ਕਰਨ ਦੀ ਜ਼ਰੂਰਤ ਆ। ਔਰ ਮੈਂ ਪਿਛਲੇ 1.5 ਸਾਲ ਤੋਂ ਦਿਨ ਰਾਤ ਪਲੈਨਿੰਗਸ ਦੇ ਵਿੱਚ ਲੱਗੀ ਹੋਈ ਆ। ਔਰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ, ਉਹ ਵੀ ਮੇਰੀਆਂ ਪਲੈਨਿੰਗਸ ਦਿਮਾਗ ਦੇ ਵਿੱਚ ਚੱਲਦੀਆਂ ਰਹਿੰਦੀਆਂ ਕਿ ਕਿਵੇਂ ਕਰਨਾ, ਕਿੱਦਾਂ ਕਰਨਾ। ਕੋਈ ਇੱਕ ਉਂਗਲ ਕਰਕੇ ਹੱਥ ਰੱਖ ਕੇ ਦੱਸਣ ਵਾਲੀ ਚੀਜ਼ ਨਹੀਂ ਹੈ ਜਿਹੜੀ ਪਿਛਲੀਆਂ ਸਰਕਾਰਾਂ ਨੇ ਬਣਾਈ ਹੋਵੇ। ਪਿੰਡਾਂ ਦੀ ਡਿਵੈਲਪਮੈਂਟ ਉਹੀ ਗਲੀਆਂ ਨਾਲੀਆਂ ਜਿਹੜੀਆਂ ਉਹਦੇ ਤੇ ਲੱਗੇ ਰਹੇ ਬਣੀਆਂ ਉਹ ਵੀ ਨਹੀਂ। ਜੇ ਕਹੀਏ ਕਿ ਉਹ ਕੰਪਲੀਟ ਹੋ ਗਿਆ, ਉਹ ਵੀ ਕੁਛ ਨਹੀਂ ਹੋਇਆ। ਛੱਪੜਾਂ ਦਾ ਪਾਣੀ ਸਾਡੇ ਪਿੰਡਾਂ ਦੇ ਵਿੱਚ ਆਵਾਰਾ ਫਿਰਦਾ, ਲੋਕਾਂ ਦੇ ਘਰਾਂ 'ਚ ਫਿਰਦਾ, ਬਹੁਤ ਬੁਰੀ ਹਾਲਾਤ ਦੇ ਵਿੱਚ ਪਿੰਡ ਨੇ। ਉਹਨੂੰ ਸੰਭਾਲਣ ਨੂੰ ਸਮਾਂ ਲੱਗੇਗਾ। ਨਕੋਦਰ ਦਾ ਸੀਵਰ ਸਿਸਟਮ ਜਿਹੜਾ ਪਿਛਲੇ 15 ਕੁ ਸਾਲ ਤੋਂ ਇਹ ਸੀਵਰ ਪਾਉਣ ਲੱਗੇ ਹੋਏ ਜਿਹੜਾ ਕੰਪਲੀਟ ਨਹੀਂ ਹੋਇਆ। ਔਰ ਹੁਣ ਇੱਕ ਜਿਹੜਾ ਸੀਵਰ ਦਾ ਫੇਸ ਚੱਲਦਾ ਸੀ 2015 'ਚ ਸ਼ੁਰੂ ਕੀਤਾ, 2016 'ਚ ਕੰਪਲੀਟ ਹੋਣਾ ਸੀ, ਜਿਹੜਾ ਅੱਜ ਤੱਕ ਕੰਪਲੀਟ ਨਹੀਂ ਹੋਇਆ। ਔਰ ਉਹਦਾ ਠੇਕੇਦਾਰ ਵੀ ਭੱਜ ਭੁੱਜ ਚੁੱਕੇ ਸੀ। ਮੈਂ ਬੜੇ ਸੰਘਰਸ਼ ਤੋਂ ਬਾਅਦ ਉਹ ਸੀਵਰ ਜਿਹੜਾ ਕੰਪਲੀਟ ਕਰਵਾ ਰਹੀ ਹਾਂ। ਅਗਲੇ 1-2 ਮਹੀਨੇ ਤੱਕ ਸਾਡਾ ਉਹ ਕੰਪਲੀਟ ਹੋ ਜਾਏਗਾ। ਔਰ ਅਸੀਂ ਨਕੋਦਰ ਦੇ ਵਿੱਚ ਕੋਈ ਸਾਡੇ ਕੋਲ ਕੋਈ ਖੇਡ ਸਟੇਡੀਅਮ ਨਹੀਂ, ਕੋਈ ਇੰਡੋਰ ਸਟੇਡੀਅਮ ਨਹੀਂ, ਕੋਈ ਲੋਕਾਂ ਵਾਸਤੇ ਸਹੂਲਤ ਨਹੀਂ, ਕੋਈ ਪਾਰਕਾਂ ਨਹੀਂ, ਕੋਈ ਕੁਛ ਨਹੀਂ। ਮਤਲਬ ਤੁਸੀਂ ਕਹਿ ਸਕਦੇ ਆ ਕਿ ਮੈਂ ਜ਼ੀਰੋ ਤੋਂ ਸਟਾਰਟ ਕਰ ਰਹੀ ਹਾਂ। ਜਿਹੜੇ ਸਹੀ ਮੈਨੇ 'ਚ ਅੱਜ ਸਮੇਂ ਦੇ ਹਾਣ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ, ਵਧੀਆ ਪਲੇਗਰਾਊਂਡ ਬੱਚਿਆਂ ਵਾਸਤੇ ਚਾਹੀਦੀਆਂ, ਪਿੰਡਾਂ ਦੇ ਵਿੱਚ ਪਾਰਕਾਂ ਚਾਹੀਦੀਆਂ, ਪਿੰਡਾਂ 'ਚ ਪਲੇਗਰਾਊਂਡਸ ਚਾਹੀਦੀਆਂ, ਪਿੰਡਾਂ ਦੇ ਵਿੱਚ ਸੀਵਰ ਚਾਹੀਦੇ ਆ, ਪਿੰਡਾਂ ਦੇ ਵਿੱਚ ਟ੍ਰੀਟਮੈਂਟ ਪਲਾਂਟ ਚਾਹੀਦੇ ਆ, ਥਾਪਰ ਮਾਡਲ ਚਾਹੀਦੇ ਆ। ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਸਾਡੇ ਹਲਕੇ ਦੇ ਵਿੱਚ ਜਿਹੜੀਆਂ ਅਸੀਂ ਹੁਣ ਬਣਾਉਣਾ ਸਟਾਰਟ ਕਰ ਦਿੱਤਾ ਹੋਇਆ 1 ਸਾਲ ਦੀ ਪਲੈਨਿੰਗਸ ਤੋਂ ਬਾਅਦ। ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਅਸੀਂ 2 ਮੁੱਖ ਕੰਮ ਹੈ ਆਪਣੇ ਜਿਹੜੇ ਆ, ਬਾਕੀ ਗਲੀਆਂ ਨਾਲੀਆਂ, ਬਾਕੀ ਇਨਫਰਾਸਟ੍ਰਕਚਰ ਜਿਹੜਾ ਆ ਉਹ ਪੰਜਾਬ ਦੀ ਡਿਵੈਲਪਮੈਂਟ ਦੇ ਨਾਲ ਚੱਲਦਾ ਰਹੇਗਾ। ਮੈਂ 2-3 ਮੁੱਖ ਕੰਮ ਲੈ ਕੇ ਚੱਲੀ ਆ, ਜਿਹੜਾ ਮੇਰਾ ਸੁਪਨਾ ਵੀ ਆ ਕਿ ਮੈਂ ਉਹ 5 ਸਾਲਾਂ ਦੇ ਵਿੱਚ ਜਿਹੜਾ ਨਾ ਬਹੁਤ ਸਾਰਾ ਕਰ ਸਕਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਬਹੁਤ ਸਾਰਾ ਕਰ ਸਕਾਂ। ਬਾਕੀ ਪਰਮਾਤਮਾ ਔਰ ਉਹਦਾ ਸਹਾਰਾ ਵੀ ਚਾਹੀਦਾ ਜੀ। ਔਰ ਇੱਕ ਤਾਂ ਹੈ ਕਿ ਵੀ ਜਿੱਥੇ ਵੀ ਕਿਤੇ ਜਿਸ ਵੀ ਪਿੰਡ ਦੇ ਕੋਲ ਵਧੀਆ ਜ਼ਮੀਨ ਪਈ ਆ ਉਹਦੇ ਤੇ ਬਹੁਤ ਵਧੀਆ ਪਲੇਗਰਾਊਂਡ, ਜਿਸ ਵੀ ਪਿੰਡ ਦੇ ਕੋਲ ਵਧੀਆ ਜ਼ਮੀਨ ਪਈ ਉੱਥੇ ਬਹੁਤ ਵਧੀਆ ਪਾਰਕ, ਓਪਨ ਜਿਮ, ਉਹ ਸਾਰੀਆਂ ਚੀਜ਼ਾਂ। ਕਿਉਂਕਿ ਨੌਜਵਾਨੀ ਸੰਭਾਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਖਾਸ ਕਰਕੇ ਸਾਡੇ ਦੁਆਬੇ ਦੇ ਵਿੱਚ। ਨੌਜਵਾਨਾਂ ਨੂੰ ਸੰਭਾਲਣ ਵਾਸਤੇ ਉਹਨਾਂ ਨੂੰ ਇਨਫਰਾਸਟ੍ਰਕਚਰ ਦੇਣਾ, ਉਹਨਾਂ ਨੂੰ ਸਹੂਲਤਾਂ ਦੇਣੀਆਂ, ਉਹਨਾਂ ਨੂੰ ਗਰਾਊਂਡ ਦੇਣੀ ਬਹੁਤ ਜ਼ਰੂਰੀ ਹੈ ਜਿੱਥੇ ਜਾ ਕੇ ਆਪਣਾ ਉਹ ਸਮਾਂ ਬਿਤਾਉਣ। ਔਰ ਦੂਸਰਾ ਮੇਰਾ ਜਿਹੜਾ ਇੱਕ ਸੁਪਨਾ ਆ ਕਿ ਮੈਂ ਆਪਣੇ ਹਲਕੇ ਦੀਆਂ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਸਕਾਂ। ਇਹੀ ਮੈਂ ਸਵਾਲ ਪੁੱਛਣਾ ਸੀ ਤੁਹਾਡੇ ਤੋਂ ਕਿ ਮਹਿਲਾ ਉੱਥੋਂ ਦੀ ਜੇ ਇੱਕ ਵਿਧਾਇਕਾ ਹੈਗੀ ਹੈ, ਵਿਧਾਇਕ ਖਾਸ ਕਰਕੇ ਮਹਿਲਾ ਹੈਗੀ ਹੈ, ਤਾਂ ਫਿਰ ਤੁਸੀਂ ਔਰਤਾਂ ਦੇ ਲਈ ਔਰ ਲੜਕੀਆਂ ਦੇ ਲਈ ਖਾਸ ਕਰਕੇ ਉੱਥੇ ਕਿਸ ਤਰੀਕੇ ਦਾ ਹਮਲਾ ਮਾਰੋਗੇ? ਮੈਂ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਵਾਸਤੇ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਛੋਟੀ ਇੰਡਸਟਰੀ ਹੁੰਦੀ ਆ, ਜਿਵੇਂ ਸ਼ਹਿਰਾਂ ਦੇ ਵਿੱਚੋਂ ਸਾਡੇ ਕੋਲ ਮੇਰੇ ਕੋਲ ਆਸੇ-ਪਾਸੇ ਲੁਧਿਆਣਾ ਆ, ਉੱਧਰ ਜਲੰਧਰ ਆ, ਉੱਥੇ ਬਹੁਤ ਵੱਡਾ ਸਾਡੇ ਕੋਲ ਇੰਡਸਟਰੀ ਹੈਗੀ ਆ ਜਿਹੜੀ ਪਿੰਡਾਂ ਦੇ ਵਿੱਚ ਅਸੀਂ ਜਿਹਨੂੰ ਲਿਆ ਸਕਦੇ ਹਾਂ। ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਪਿੰਡਾਂ ਦੇ ਵਿੱਚ ਗਰੁੱਪ ਬਣਾ ਕੇ ਔਰ ਆਪਣੀਆਂ ਭੈਣਾਂ ਨੂੰ ਕੋਈ ਫੁੱਟਬਾਲ ਦੀ ਟ੍ਰੇਨਿੰਗ ਦੇ ਰਹੇ ਆ। ਸੈਲਫ ਹੈਲਪ ਗਰੁੱਪ ਬਣ ਗਏ ਹੋਏ ਆ, ਬਹੁਤ ਸਾਰੇ ਪਿੰਡਾਂ 'ਚ ਬਣਾ ਦਿੱਤੇ ਮੈਂ, ਔਰ ਹੋਰ ਵੀ ਬਣ ਰਿਹਾ। ਮੈਂ ਲਗਾਤਾਰ ਇਹਨੂੰ ਜਾਰੀ ਰੱਖੂੰਗੀ। ਫੁੱਟਬਾਲ ਦੀ ਸਟਿਚਿੰਗ ਦਾ ਕੰਮ ਜਿਹੜਾ ਉਹ ਸਿਖਾ ਰਹੇ ਆ ਪਿੰਡਾਂ ਦੇ ਵਿੱਚ, ਜੂਟ ਬੈਗ ਬਣਾਉਣੇ ਸਿਖਾ ਰਹੇ ਆ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹ 'ਚ ਵੀ ਲੜਕੀਆਂ ਦਾ ਜਾਂ ਔਰਤਾਂ ਦਾ ਇੰਟਰਸਟ ਆ ਉਹ ਉਹਨਾਂ ਨੂੰ ਸਿਖਾ ਕੇ ਉਹਨਾਂ ਨੂੰ ਉੱਥੇ ਹੀ ਕੰਮ ਦੇਣ ਦੀ ਮੇਰੀ ਜਿਹੜੀ ਆ ਉਹ ਇੱਛਾ ਹੈ। ਔਰ ਮੈਂ ਸਟਾਰਟ ਕਰ ਦਿੱਤਾ ਹੋਇਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਇਹਦੇ ਵਿੱਚ ਕਾਮਯਾਬੀ ਹੋਊਂਗੀ, ਕਿ ਕੋਸ਼ਿਸ਼ ਕਰੂੰਗੀ ਕਿ ਵੀ ਮੈਂ ਆਪਣੇ ਰਹਿੰਦੇ ਸਮੇਂ ਦੇ ਵਿੱਚ ਬਹੁਤ ਸਾਰਾ ਪਿੰਡਾਂ ਦੇ ਵਿੱਚ ਔਰਤਾਂ ਨੂੰ, ਕਿਉਂਕਿ ਔਰਤਾਂ ਨੇ ਇੱਕ ਹੋਪ ਦੇ ਨਾਲ
ਇੱਕ ਉਹਨਾਂ ਦੇ ਵਿੱਚ ਇੱਕ ਨਵੀਂ ਆਸ ਜਾਗੀ ਆ। ਬਹੁਤ ਔਰਤਾਂ ਨੇ ਡਟ ਕੇ ਮੈਨੂੰ ਵੋਟਾਂ ਪਾਈਆਂ ਸੀ ਔਰ ਮੇਰਾ ਸਾਥ ਵੀ ਦਿੱਤਾ ਸੀ ਔਰ ਮੈਂ ਉਹਨਾਂ ਆਸਾਂ ਉਮੀਦਾਂ ਤੇ ਪੂਰਾ ਉਤਰਨਾ ਚਾਹੁੰਦੀ ਹਾਂ। ਐਜੂਕੇਸ਼ਨ ਦੇ ਮਾਮਲੇ ਵਿੱਚ ਤੁਸੀਂ ਲੜਕੀਆਂ ਨੂੰ, ਕਿਉਂਕਿ ਤੁਹਾਡੇ ਉਧਰ ਕਿੰਨੇ % ਜਿਹੜੀਆਂ ਕੁੜੀਆਂ ਨੇ ਉਹ ਸ਼ਿਕਸ਼ਿਤ ਨੇ ਜਾਂ ਫਿਰ ਇੱਕ ਲੈਵਲ ਤੱਕ ਐਜੂਕੇਸ਼ਨ ਜਿਹੜੀਆਂ ਉਹ ਲੈ ਸਕਦੀਆਂ, ਉਹਨਾਂ ਦੇ ਲਈ ਕਿਸ ਤਰੀਕੇ ਦੇ ਨਾਲ ਉਪਰਾਲੇ ਕਰੋਗੇ ਵੀ ਤੁਹਾਡੇ ਹਲਕੇ ਦੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਮਹਿਲਾਵਾਂ, ਕੁੜੀਆਂ, ਬੇਟੀਆਂ ਨੇ ਉਹ ਸ਼ਿਕਸ਼ਿਤ ਹੋ ਸਕਣ ਔਰ ਚੰਗੀ ਪੜ੍ਹਾਈ ਕਰਕੇ ਜਿਹੜਾ ਹੈ ਹਾਇਰ ਐਜੂਕੇਸ਼ਨ ਵੱਲ ਵੀ ਜਾ ਸਕਣ, ਕਿਉਂਕਿ ਕਹਿੰਦੇ ਨਾ ਸਿੱਖਿਆ ਦੇ ਬਿਨਾਂ ਤਾਂ ਗਤੀ ਹੈ ਹੀ ਨਹੀਂ। ਬਿਲਕੁਲ। ਇੱਕ ਬਦਕਿਸਮਤੀ ਸਾਡੇ ਦੁਆਬੇ ਦੀ ਇਹ ਵੀ ਆ ਕਿ +2 ਤੋਂ ਬਾਅਦ ਅੱਛੀਆਂ ਜਿਹੜੀਆਂ ਲੜਕੀਆਂ ਜਿਹੜੀ ਲੜਕੀ ਆਇਲਟਸ ਕਰ ਗਈ ਉਹ ਇੱਥੇ ਨਹੀਂ ਰਹਿੰਦੀ, ਜਿਹੜਾ ਲੜਕਾ ਆਇਲਟਸ ਕਰ ਗਿਆ ਉਹ ਇੱਥੇ ਨਹੀਂ ਰਹਿੰਦਾ। ਇਹ ਥੋੜ੍ਹਾ ਬਹੁਤ ਮਹਿਸੂਸ ਹੋ ਰਿਹਾ। ਇਹਨੂੰ ਥੰਮਣਾ ਕਿਵੇਂ ਆ, ਇਹਨੂੰ ਕਿਵੇਂ ਬੰਨ ਲਗਾਉਣਾ। ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਵੀ ਜਿਵੇਂ CM ਸਾਹਿਬ ਨੇ ਕਿਹਾ ਸੀ ਨਾ ਕਿ ਬਾਹਰੋਂ ਲੋਕ ਆਉਣਗੇ ਇੱਥੇ ਜੌਬਾਂ ਕਰਨ ਵਾਸਤੇ। ਕੱਲ ਮੇਰੇ ਰਿਸ਼ਤੇਦਾਰ ਨੇ ਦੂਰ ਦੇ, ਉਹਨਾਂ ਦੀ ਇੱਕ ਬੱਚੀ ਨੇ ਮੈਨੂੰ ਅਪਰੋਚ ਕੀਤੀ ਆ। ਉਹ ਇੰਗਲੈਂਡ ਦੇ ਵਿੱਚ ਡਾਕਟਰ ਆ, MS ਆ ਔਰ ਉਹ ਪੰਜਾਬ ਦੇ ਵਿੱਚ ਆ ਕੇ ਕੰਮ ਕਰਨਾ ਚਾਹੁੰਦੀ ਆ। ਹੁਣ ਅੱਜ ਮੈਂ ਹੈਲਥ ਮਿਨਿਸਟਰ ਸਾਹਿਬ ਨਾਲ ਗੱਲ ਕਰਨੀ ਆ ਕਿ ਉਹ ਬ੍ਰਿਟਿਸ਼ ਆ ਲੜਕੀ ਔਰ ਉਹ ਇੱਥੇ ਆ ਕੇ ਕੰਮ ਕਰਨਾ ਚਾਹੁੰਦੀ ਆ, ਉਹ ਇੱਥੇ ਹਸਪੀਟਲ ਖੋਲ੍ਹਣਾ ਚਾਹੁੰਦੀ ਜਾਂ ਉਹ ਇੱਥੇ ਜੌਬ ਕਰਨਾ ਚਾਹੁੰਦੀ ਆ। ਅਸੀਂ ਉਹਨੂੰ ਕਿਵੇਂ ਕੰਮ ਦੇਵਾਂਗੇ, ਉਹਨੂੰ ਕਿਵੇਂ ਵਾਪਸ ਲੈ ਕੇ ਆਵਾਂਗੇ। ਮੈਂ ਇਹ ਸਮਝਦੀ ਹਾਂ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਮਾਨਯੋਗ CM ਸਾਹਿਬ ਦੇ ਸੁਪਨਿਆਂ ਨੂੰ ਬੂਰ ਪੈਣ ਵਾਲਾ ਕਿ ਬੱਚੇ ਵਾਪਸ ਮੁੜਨਾ ਚਾਹੁੰਦੇ ਆ। ਇੱਕ MS ਲੜਕੀ ਅਗਰ ਇੱਥੇ ਆ ਕੇ ਆਪਣਾ ਕੰਮ ਕਰਨਾ ਚਾਹੁੰਦੀ ਆ, 25 ਸਾਲ ਦੀ ਬੱਚੀ, ਤੇ ਇਟ ਮੀਨਸ ਕਿ ਪਿੱਛੇ ਨੂੰ ਜਿਹੜੇ ਸਾਡੇ ਵੀ ਜਾ ਰਹੇ ਉਹ ਵੀ ਪਿੱਛੇ ਨੂੰ ਮੁੜਨਗੇ ਔਰ ਮੁੜਨਾ ਵੀ ਚਾਹੀਦਾ। ਸਾਨੂੰ ਜ਼ਰੂਰਤ ਹੈ ਇੱਥੇ ਔਰ ਮੈਂ ਉਸ ਦਾ ਪ੍ਰੋਸੈਸ ਜਿਹੜਾ ਉਹ ਪੁੱਛਣ ਜਾ ਰਹੀ ਹਾਂ ਸਰਕਾਰ ਕੋਲੋਂ ਕਿ ਅਸੀਂ ਉਸ ਬੱਚੀ ਨੂੰ ਇੱਥੇ ਲਿਆ ਕੇ ਕਿਵੇਂ ਜੌਬ ਦੇਵਾਂਗੇ ਜਾਂ ਉਹ ਕਿਵੇਂ ਉਹ ਇੱਥੇ ਆ ਕੇ ਸਰਵਾਈਵ ਕਿਵੇਂ ਕਰੂਗੀ, ਕਿਉਂਕਿ ਇਹ ਹਜੇ ਉੱਥੇ ਜਾਣਾ ਤਾਂ ਅਸੀਂ ਸਿੱਖੇ ਹੋਏ ਹਾਂ, ਉੱਥੋਂ ਇੱਥੇ ਲਿਆ ਕੇ ਉਹਨਾਂ ਨੂੰ ਕੰਮ ਕਿਵੇਂ ਦੇਣਾ ਇਹ ਹਜੇ ਅਸੀਂ ਸਿੱਖਣਾ, ਕਿਉਂਕਿ ਕਿਸੇ ਨੇ ਐਫਰਟ ਨਹੀਂ ਕੀਤੀ, ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ, ਕੋਈ ਪਿੱਛੇ ਵਾਪਸ ਆਇਆ ਨਹੀਂ ਅੱਜ ਤੱਕ ਕਿ ਇਹਦਾ ਪ੍ਰੋਸੈਸ ਪਤਾ ਹੋਵੇ ਕਿ ਵੀ ਕੋਈ ਆਉਣਾ ਚਾਹੁੰਦਾ ਤੇ ਕਿਵੇਂ ਆ ਕੇ ਇੱਥੇ ਜੌਬ ਕਰੂਗਾ। ਔਰ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਔਰ ਮੈਂ ਸਮਝਦੀ ਹਾਂ ਕਿ ਇਹ ਜੋ ਸੁਪਨਾ ਦੇਖਿਆ ਉਹ ਅਸੀਂ ਪੂਰਾ ਕਰ ਪਾਵਾਂਗੇ ਜੀ। ਤਸੱਲੀ ਵਾਲੀ ਗੱਲ ਹੈ। ਇੰਦਰਜੀਤ ਕੌਰ ਜੀ, ਮੇਰਾ ਆਖਰੀ ਸਵਾਲ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਪਿੱਛੇ ਚਾਹੇ ਸਰਕਾਰਾਂ ਆਈਆਂ ਗਈਆਂ ਉਹਨਾਂ ਨੇ ਕੰਮਕਾਜ ਉਸ ਤਰੀਕੇ ਨਾਲ ਨਹੀਂ ਕੀਤੇ, ਖਾਸ ਕਰਕੇ ਲੋਕਾਂ ਦੇ ਜਿਹੜੇ ਪ੍ਰਾਇਮਰੀ ਇਸ਼ੂ ਸੀਗੇ ਉਹ ਕਦੀ ਵੀ ਐਡਰੈਸ ਨਹੀਂ ਕੀਤੇ। ਵਾਟ ਲੰਬੀ ਹੈ ਤੇ ਔਖੀ ਵੀ। ਬਿਲਕੁਲ ਵਾਟ ਲੰਬੀ ਵੀ ਹੈ ਔਰ ਔਖੀ ਨਹੀਂ ਕਹਿ ਸਕਦੇ। ਤੁਹਾਡੀ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਕੰਮ ਦੇ ਪ੍ਰਤੀ, ਤੁਹਾਡੀ ਇਮਾਨਦਾਰੀ ਹੋਣੀ ਚਾਹੀਦੀ ਆ, ਤੁਹਾਡੇ ਵਿੱਚ ਇੰਨਾ ਕੁ ਜਨੂਨ ਹੋਣਾ ਚਾਹੀਦਾ ਹੈ ਕਿ ਕੰਮ ਕਦੀ ਵੀ ਇਹ ਸੰਭਵ ਨਹੀਂ ਹੈਗਾ, ਅਸੀਂ ਆਪਣੀ ਡਿਕਸ਼ਨਰੀ 'ਚ ਰੱਖਣਾ ਨਹੀਂ ਚਾਹੁੰਦੇ ਕਿ ਇਹ ਨਹੀਂ ਹੋ ਸਕਦਾ। ਸਾਰੇ ਹੀ ਹੋਣਗੇ ਪਰ ਥੋੜ੍ਹਾ ਸਮਾਂ ਜਿਵੇਂ ਹੁਣ ਲੰਘ ਗਿਆ, ਇਹਦੇ ਵਿੱਚ ਅਸੀਂ ਬੜਾ ਕੁਛ ਕੀਤਾ, ਬੜਾ ਕੁਛ ਹੋਰ ਕਰਨ ਜਾ ਰਹੇ। ਇੱਦਾਂ ਆਉਣ ਵਾਲੇ ਟਾਈਮ ਦੇ ਵਿੱਚ ਹਰ ਜਿਹੜੀ ਮੁਸ਼ਕਿਲ ਨੂੰ ਪਾਰ ਕਰਦੇ ਹੋਏ ਅਸੀਂ ਆਪਣੀ ਮੰਜ਼ਿਲ ਵੱਲ ਵੱਧਦੇ ਜਾਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਹਰ ਕੀਤਾ ਹੋਇਆ ਵਾਅਦਾ ਜਿਹੜਾ ਲੋਕਾਂ ਦੇ ਨਾਲ ਉਹ ਪੂਰਾ ਕਰੀਏ ਔਰ ਉਹਨਾਂ ਦੀਆਂ ਆਸਾਂ ਉਮੀਦਾਂ 'ਤੇ ਪੂਰੇ ਉਤਰੀਏ। ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਰੰਗਲਾ ਪੰਜਾਬ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਅਸੀਂ ਉਹਦੀ ਆਸਾਂ ਉਮੀਦਾਂ ਪੂਰੀਆਂ ਹੋਣ ਚ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਇਹ ਸਾਡੇ ਨਾਲ ਸੀਗੇ ਇੰਦਰਜੀਤ ਕੌਰ ਜਿਹੜੇ ਕਿ ਵਿਧਾਇਕ ਨੇ ਨਕੋਦਰ ਤੋਂ। ਉਹਨਾਂ ਨੇ ਖਾਸ ਕਰਕੇ ਗੱਲਬਾਤ ਸਾਡੇ ਨਾਲ ਬੜੇ ਤਫਸੀਲ ਦੇ ਨਾਲ ਕੀਤੀ ਹੈ। ਮਹਿਲਾ ਵਿਧਾਇਕ ਨੇ ਇਸ ਕਰਕੇ ਬੜੇ ਹੌਸਲੇ 'ਚ ਨੇ, ਕਹਿੰਦੇ ਕਿ ਆਪਣੇ ਜਿਹੜਾ ਹਿੱਸੇ ਦੇ ਵਿੱਚ ਜਾਂ ਆਪਣੇ ਨਕੋਦਰ ਦੇ ਵਿੱਚ ਮੈਂ ਮਹਿਲਾਵਾਂ ਲਈ ਬਹੁਤ ਕੰਮ ਕਰਨਾ ਚਾਹੁੰਦੀ ਹਾਂ ਔਰ ਬਹੁਤ ਅੱਗੇ ਤੋਂ ਮੈਂ ਕਾਫੀ ਸਾਰੀ ਪਲੈਨਿੰਗਸ ਕੀਤੀਆਂ ਹੋਈਆਂ, ਖਾਸ ਕਰਕੇ ਸਪੋਰਟਸ ਦਾ ਉੱਥੇ ਕਿਉਂਕਿ ਇੰਡਸਟਰੀ ਹੈਗੀ ਹੈ ਤਾਂ ਸੈਲਫ ਹੈਲਪ ਗਰੁੱਪ ਬਣਾ ਰਹੀਆਂ। ਪਰ ਉਹਨਾਂ ਨੇ ਕਿਹਾ ਕਿ ਨਕੋਦਰ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਕੰਮ ਪਹਿਲੇ ਵਾਲੀਆਂ ਪਾਰਟੀਆਂ ਦੀ ਸਰਕਾਰਾਂ ਨੇ ਬਿਲਕੁਲ ਨਹੀਂ ਕੀਤੇ ਹੈਗੇ, ਪਰ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਹ ਕੰਮ ਨਵੇਂ ਕਰੀਏ। ਉਹਦੇ ਨਾਲ ਹੀ ਇਹਨਾਂ ਨੇ ਕਿਹਾ ਕਿ ਚਾਹੇ ਵਾਟ ਲੰਬੀ ਜ਼ਰੂਰ ਹੈ ਪਰ ਔਖੀ ਨਹੀਂ ਹੈ, ਕਿਉਂਕਿ ਮੈਂ ਬਹੁਤ ਸਪਿਰਿਟ ਦੇ ਵਿੱਚ ਹਾਂ ਔਰ ਮੈਂ ਕੰਮ ਜਿਹੜਾ ਉਹ ਕਰਨਾ ਚਾਹੁੰਦੀ ਹਾਂ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਤੇ ਹੋਵੇਗੀ ਭਖ ਦੇ ਮੁੱਦਿਆਂ ਦੀ ਗੱਲ। ਸਿਆਸੀ ਪਾਰਟੀਆਂ ਨੂੰ ਕਰਾਂਗੇ ਸਵਾਲ ਤਾਂ ਕਿ ਲੋਕ ਮਸਲੇ ਹੋਣ ਹੱਲ। 5 ਜੂਨ ਤੋਂ ਲੈ ਕੇ ਆ ਰਹੇ ਹਾਂ ਤੁਹਾਡੇ ਭਰੋਸੇ ਦੇ ਸਾਥੀ D5 ਚੈਨਲ ਪੰਜਾਬੀ ਤੇ ਪੰਜਾਬ ਡਿਬੇਟ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮੀ 6 ਵਜੇ ਤੋਂ 7 ਵਜੇ ਤੱਕ ਵੇਖਣਾ ਨਾ ਭੁੱਲਣਾ ਪੰਜਾਬ ਡਿਬੇਟ। निडर हाँ निरपक्ष रहांगे, आजाद हाँ
ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।